ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦੀ ਬਾਣੀ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਰੋ ਪੰਕਤੀਆਂ ਦੇ ਵਿੱਚ। ਇਹ ਬੇਨਤੀ ਸੀ, ਸਵਾਲ ਸੀ, ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਵੀ ਉਸ ਸਥਾਨ ਦਾ ਭੇਜ ਦਿਓ ਜਿੱਥੇ ਹਰੀ ਦਾ ਕੀਰਤਨ ਹਰ ਰੋਜ਼ ਹੀ ਹੁੰਦਾ ਹੈ। ਤੇ ਫਿਰ ਆਪਾਂ ਵਿਚਾਰਿਆ ਸੀ ਦੂਜੇ ਰਹੋ ਦੇ ਵਿੱਚ, ਇਸੇ ਦਾ ਜਵਾਬ ਸੀ ਸਾਧ ਸੰਗ ਹਰ ਕੀਰਤਨ ਗਾਈਐ, ਇਹ ਅਸਥਾਨ ਗੁਰੂ ਤੇ ਪਾਈਐ। ਵੀ ਸਾਧ ਸੰਗਤ ਇਹ ਸਥਾਨ ਹੈ ਜਿੱਥੋਂ ਸਾਨੂੰ ਉਸ ਮਾਲਕ ਦਾ ਗਿਆਨ ਹੁੰਦਾ ਹੈ, ਜਿੱਥੇ ਨਿੱਤ ਹੀ ਪਰਮੇਸ਼ਰ ਦੀ ਹਰੀ ਦੀ ਵਿਚਾਰ ਹੁੰਦੀ ਹੈ, ਸਿਫਤ ਸਲਾਹ ਹੁੰਦੀ ਹੈ। ਇਹ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਗੁਰੂ ਕੌਣ ਹੈ? ਆਪ ਮਾਲਕ ਹੈ। ਸੰਗਤ ਦੇ ਵਿੱਚ ਆਪ ਮਾਲਕ ਵਸਦਾ ਹੈ। ਆਪ ਆਪਣੇ ਜਨਾਂ ਦੀ ਰਸਨਾ ਤੋਂ ਆਪ ਸਾਨੂੰ ਗਿਆਨ ਦਿੰਦਾ ਹੈ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਵਿਚਾਰ ਕਰਦੇ ਹਾਂ ਅਗਲੇ ਸ਼ਬਦ ਦੀ। ਆਸਾ ਮਹੱਲਾ 5ਵਾਂ, ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦੀ ਬਾਣੀ। ਰਹੋ ਪੰਕਤੀਆਂ ਨੇ, ਸਗਲ ਸੂਖ ਜਾਂ ਤੂੰ ਚਿਤ ਆਵੈ, ਸੋ ਨਾਮ ਜਪੈ ਜੋ ਜਨ ਤੁਧ ਪਾਵੈ। ਜਿਸ ਨੂੰ ਚਿੱਤ ਵਿੱਚ ਆ ਕੇ ਵਸ ਜਾਂਦਾ ਹੈ। ਚਿੱਤ ਆਉਣ ਦਾ ਮਤਲਬ ਇਹ ਨਹੀਂ ਕਿ ਯਾਦ ਆਉਣਾ, ਜਿਸ ਦੇ ਚਿੱਤ ਦੇ ਵਿੱਚ ਆ ਕੇ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਫਿਰ ਉਸ ਨੂੰ ਸਦਾ ਹੀ ਸੁੱਖ ਹੈ। ਸਾਰੇ ਸੁੱਖ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ। ਸਗਲ ਸੁੱਖ ਜਾਂ ਤੂੰ ਚਿੱਤ, ਹੈ ਪ੍ਰਭੂ ਜਦ ਤੂੰ ਚਿੱਤ 'ਚ ਆ ਕੇ ਵਸ ਜਾਂਦਾ ਹੈ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਸੋ ਨਾਮ ਜਪੈ ਜੋ ਜਨ ਤੁਧ ਪਾਵੈ। ਫਿਰ ਦਰਸ਼ਨ ਕਰਨ ਤੋਂ ਬਾਅਦ, ਚਿੱਤ 'ਚ ਵਸਣ ਤੋਂ ਬਾਅਦ ਵੀ ਉਹਦੇ ਨਾਮ ਨੂੰ ਕੌਣ ਜਪਦਾ ਹੈ, ਉਸ ਦਾ ਗਿਆਨ ਕੌਣ ਦਿੰਦਾ ਹੈ? ਜਿਹੜਾ ਜਨ ਉਸ ਨੂੰ ਪਾ ਜਾਂਦਾ ਹੈ, ਜਿਸ ਨੂੰ ਆਪ ਕਰਮ ਦੇ ਵਿੱਚ ਲਾਉਂਦਾ ਹੈ, ਉਸ ਨੂੰ ਫਿਰ ਆਪਣਾ ਨਾਮ ਆਪ ਜਪਾਉਂਦਾ ਹੈ। ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਕਿਆ ਸਿਮਰਨ ਸਿਖਾਇਆ ਜਾਂਦਾ ਹੈ। ਜਿਵੇਂ ਪਹਿਲਾਂ ਸਿਮਰਨ ਕਰਦੇ ਸੀ, ਰਾਮ ਰਾਮ ਕਰਦੇ ਸੀ, ਹਰੀ ਹਰੀ ਕਰਦੇ ਸੀ ਅੱਖਰਾਂ ਦੇ ਵਿੱਚ। ਅੱਜ ਆਪਾਂ ਵੀ ਕਰਦੇ ਹਾਂ, ਸਤਿਨਾਮ ਵਾਹਿਗੁਰੂ ਕਰਦਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਅਤੇ ਅਸੀਂ ਰੋਜ਼ ਇਹ ਪੜ੍ਹਦੇ ਵੀ ਹਾਂ ਕਿ ਇੱਦਾਂ ਕਰਕੇ ਬਹੁਤ ਚਲੇ ਗਏ। ਸਭ ਜਿਹਨੂੰ ਮਰ ਸਮਝਾਉਂਦੇ ਨੇ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹਰ ਹਰ ਗੁਰ ਗੁਰ ਕਰਤਾ ਰੇ, ਹਰ ਆਰਾਧਨਾ ਜਾਣਾ ਰੇ। ਇਸ ਕਰਕੇ ਉਸ ਦੇ ਨਾਮ ਨੂੰ ਉਹ ਜਪਦਾ ਹੈ ਜਿਸ ਜੋ ਪ੍ਰਭੂ ਨੂੰ ਪਾ ਜਾਂਦਾ ਹੈ, ਫਿਰ ਉਸ ਤੋਂ ਆਪ ਜਪਾਉਂਦਾ ਹੈ। ਇਹ ਰਹੋ ਪੰਕਤੀਆਂ ਨੇ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਘਰ ਮੈਂ ਸੂਖ ਬਾਹਰ ਫੁਨ ਸੂਖਾ। ਘਰ ਹੈ, ਘਰ ਕਿਹੜਾ ਹੈ? ਨਿਜ ਘਰ, ਕੋਈ ਸੰਸਾਰਿਕ ਘਰ ਨਹੀਂ, ਮਨ ਦਾ ਘਰ ਹੈ, ਨਿਜ ਘਰ, ਥਿਰ ਘਰ, ਜਿਸ ਨੂੰ ਗਗਨ ਮੰਡਲ ਵੀ ਕਹਿ ਦੇਤਾ ਹੈ, ਸੁਨ ਮੰਡਲ ਵੀ ਕਹਿ ਦੇਤਾ ਹੈ, ਸੱਚਾ ਘਰ ਵੀ ਕਹਿ ਦਿੱਤਾ ਹੈ। ਜਦ ਮਨ ਉੱਥੇ ਸੁੱਖ ਪ੍ਰਾਪਤ ਕਰਦਾ ਹੈ, ਜਦੋਂ ਅੰਦਰ ਪ੍ਰਗਟ ਹੋ ਜਾਂਦਾ ਹੈ, ਅੰਦਰ ਗਿਆਨ ਹੋ ਜਾਂਦਾ ਹੈ, ਮਨ ਦਾ ਵਾਸਾ ਘਰ ਵਿੱਚ ਹੋ ਜਾਂਦਾ ਹੈ,
तो फिर बाहर भी सुखी है, क्योंकि फिर अंदर भी है बाहर भी है। जिन्नी देर असी बाहर हाँ, परमेश्वर अंदर है। सहज गुफा च अंदर कोई 9 दरां दे शरीर दे अंदर नहीं, सहज गुफा सवास तो दे रहा है पर सानू नज़र नहीं आता, क्योंकि असी बाहर चलते हाँ, वो अंदर है। तो जदों फिर वो भी बाहर आ जाता है, प्रगट हो जाता है, तो फिर सानू उसका ज्ञान हो जाता, फिर असी माहर हो जाते हाँ। जिन्होंने समझाते ने जा फिर अंदर तां तन बाहर, जा फिर बाहर तां तन माहर। इस करके जदों घर विच वासा हो जाता है तो फिर बाहर भी सुख ही सुख है, क्योंकि अंदर भी वही बसदा, अंदर बसा बाहर भी वही, नानक दर्शन देख सब मोही। अंदर भी उसके दर्शन, बाहर भी, हर थां वही है। हर सिमरत सगल विनाशे दुखा। फिर जब अंदर भी वही बाहर हर थां वही है, उसका सिमरन किमें हुंदा है? देख देख के, दर्शन कर करके, ते सारे दुख बिनस जाते ने। तन मन शीतल जप नाम तेरा। तन मन शीतल हो जाता है, फिर उस प्रभु का नाम जपदा है जीव, क्योंकि जब तक असी खुद ही शीतल नहीं, साडा मन ही शीतल नहीं, निज घर विच वासा ही नहीं, तो असी किवें नाम जपांगे, किवें प्रभु सातों नाम जपाएगा। इस करके जदों तन मन शीतल हो जाता है, फिर उसका नाम जपदा है। हर हर जपत तहे दुख डेरा। पहला जीव का अपना दुखों का डेरा खत्म होया है, फिर वो जपदा है। फिर जिहड़े जीव ये ज्ञान लेंदे ने, सुनते ने, उन्हां दे भी अंदरों दुखों का डेरा टह जाता है, क्योंकि पर जपूगा कौन? वही जिहड़ा उसनूं पाएगा। जपना की है कि होर जीवां नूं उसदे बारे ज्ञान देना। एक चीज़ नूं बोली जाना वो कोई सिमरन नहीं है, उसदी सिफत सलाह नहीं है। अगे दूजिਆਂ ਨੂੰ भी उस प्रभु के बारे दसना, आप भी उस मार्ग ते चलना, दूजिਆਂ ਨੂੰ भी चलाउणा, आप भी सिमरना, दूजिਆਂ ਨੂੰ भी सिमरन कराउणा। आप सिमरा अवरा नाम जपावे, आप जपे अवरा नाम जपावे, आप भी जपे दूजिਆਂ ਨੂੰ भी जपावे। हुक्म बूझै सोई प्रवान। प्रवान कौन है? जिसने हुक्म नूं बूझिया। सिर्फ कहण नाल सिमर नहीं है, हुक्म की है? नाम है, घर नूं जाण दा ज्ञान है, किस रस्ते ते किहड़े मार्ग ते चलना है। 2 मार्ग ने, एक जम मार्ग है, एक गोबिंद मार्ग है। एक लिव दा रस्ता है, एक ताद दा रस्ता है। लिव दे रस्ते नूं गोबिंद मार्ग, ताद दे रस्ते नूं ते जम मार्ग। हुण बाणी कह रही है कि तुसी जम मार्ग ते नहीं चलना, तुसी गोबिंद मार्ग ते चलना है। चरण चलो मार्ग गोबिंद, मिटै पाप जपिया हर बिंद। कर हर कर्म सरवण हर कथा, हर दरगह नानक उजल मथा। ते फिर मस्तक उजल हो, मस्तक ते प्रगट हो जाता है, मुख उजल हो जाता है। तो वही जीव प्रवान है जिन्हें हुक्म नूं बुझ लिया, नाम नूं बुझ लिया। हुक्म ते नाम एक ही ने। गुर दे ज्ञान नूं बुझ लिया, गुर शब्द का ज्ञान ले लिया, सोझी आ गई, जुगत का भेत आ गया, गुर जुगत का ज्ञान हो गया। साच शब्द जाका निशान। सच्चा शब्द है, जिन्हां जीवां नूं सच्चे शब्द का ज्ञान हो गया। सच्चे जिन्हों सच्ची बाणी भी कह देता है, सच्चा शब्द कह देता है, सच्ची साखी कह देता है, सच्ची सिख कह देता है, बहुत सारे नाम ने। जदों वो ज्ञान हो जाता है, उसनूं असीं मन विच वसा लैंदे हाँ, फिर प्रभु दे दर ते प्रवान होंदे हाँ। गुर पूरा हर नाम दृढ़ाया। पूरा गुर सच्चा शब्द, जदों असीं पूरा गुर दा ज्ञान लै लैंदे हाँ, सच्चे शब्द नूं मन च वसा लैंदे हाँ, ते वो सानूं फिर दृढ़ करवा दिंदा है।
हरि दे नाम नूं गुर पूरे हरनाम दृढ़ाया। भनत नानक मेरे मन सुख पाया। कहते फिर मेरे मन ने, सतगुरु समझाउंदे ने कि फिर मेरे मन ने सदा सुख प्राप्त किया जदों पूरे गुर ने नाम दृढ़ करवा दिता। फिर जाके ये सारा ही पूरे गुर तो बाद ही ये फिर साडा जो आप ऊपर विचार के आए हाँ सारा अवस्था बनती है। फिर ही प्रभु का सिमरन है। गुर तो बिना सिमरन नहीं है, गुर तो बिना भगती नहीं है, गुर तो बिना ज्ञान नहीं होता। आओ अगला शब्द आसा महला पंजवां। आसा राग दे विच महले पंजवें दा शब्द है। रहो पंक्तियां ने सदा चेरे गोविंद गोसाई। फिर ओ गोबिंद गोसाई मालक प्रभु सदा ही उसदे चाकर, सदा ही उसदे सेवक, जिन्हां नूं आप अपनी सेवा च लाउंदा है, जिन्हां नूं बुझा देंदा है। जिवें आपां पिछे विचार के आए हैं, जिहड़े जन उस नूं पा जांदे ने वो फिर सदा ही उसदे सेवक ने, उसदे चाकर ने, उसदी सेवा दे विच हाज़र ने। तुमरी किरपा ते तृप्त अगाई। ते उस प्रभु, हे प्रभु असी तेरे चाकर हाँ, सदा तेरे दर ते हाँ, ते तेरी किरपा दे नाल ही असी तृप्त हाँ, असी रजे हाँ। सानू तृष्णा नहीं है, सानू भुख नहीं है, असी तृप्त होए हाँ तेरी किरपा दे नाल, ते तेरे सदा सेवक हाँ। तू जदों सानू अपनी सेवा चलाएगा असी तेरी सेवा करांगे। क्योंकि सेवक को सेवा बन आई, हुक्म बूझ परम पद पाई। हुक्म बुझिया, हुक्म बुझा दिता, जिवें आपां पिछे विचार के परम पद प्राप्त होया। फिर जाके उसनूं सेवा बनती है कि तू मेरी सेवा दे विच लगना है। क्योंकि जब तक सेवा दे विच लाउंदा नहीं आपां लग नहीं सकते। जदों सेवा च लाएगा फिर आपां सेवा च लगते हैं। सो सेवक सेवा करे, मतलब कहते वही सेवक सेवा करता है जिसनों अपनी सेवा दे विच लाउंदा है। सो सेवक सेवा करे जिसनों हुक्म मनाए सी। हुक्म मनिया होवे परवान, तां खसमे का महल पाए सी। खसमे पावे सो करे मनो चिंदिया, सो फल पाए सी। तदरगा पैदा जाए सी। जहाँ पठावो तह तह जाई। हुण जिथे भी बिठाउंदा, जिथे भी भेजदा, उत्थे उहदे चाकर नूं जाना पैंदा है। क्योंकि जद सदा उहदे हाज़र हाँ उहदी सेवा दे विच, फिर जिथे भी भेजदा है उत्थे जाना पैंदा है। जो तुम दे सोई सुख पाई। जो तू देंदा है, किहो जिहा कुछ भी देंदा, उसे नूं सुख करके मनना पैंदा है। जिवें मालक है नौकर नूं कह देवे भी आ काम करना है, इत्थे जाना है, ते नौकर तां ही उस नूं पाउंदा है। जो भी कह दिता, चाहे औखा है काम सौखा है, वो करदा है। इदां ही प्रभु जिथे भेजदा उत्थे जांदा है। जीव जो भी कहंदा उस नूं सत करके ते सुखी सुखी खुशी खुशी करदा है। सुख दुख नहीं मनदा भी इत्थे मैनूं अज ये कर नूं कह दिता, नहीं, जो भी कह दिता खुश होकर करना है। उस नूं उस दे विच सुख लेना है। जिहड़े चाकर ने सेवक ने वो फिर एवें ही विचरते ने। जो तुम दे सोई सुख पाई। तुमरा दिया पैनों खाई। ते असीं अपना नहीं कुछ भी समझते। जे असीं पहनदे हाँ, जे असीं खांदे हाँ, किस दा दिता? हे प्रभु तेरा ही दिता खांदे हाँ, तेरा ही दिता पहनदे हाँ। तो प्रसाद प्रभु सुखी भलाई। हे प्रभु तेरी किरपा सदका ही असीं सुखी हाँ। साडे अंदरों जिहड़े दुख सी वो खत्म हो गए हैं तेरी किरपा सदका। क्योंकि सुख भी तू देंदा है,
ਜੋ ਵੀ ਦਿੰਦਾ ਉਸੇ ਦੇ ਵਿੱਚ ਸੁੱਖ ਨੂੰ ਮੰਨਦੇ ਹਾਂ, ਪਰ ਤਾਂ ਹੀ ਜਦੋਂ ਸੋਝੀ ਹੁੰਦੀ ਹੈ। ਨਹੀਂ ਤਾਂ ਆਪਾਂ ਕੋਈ ਮਾੜਾ ਜਿਹਾ ਦੁੱਖ ਆਉਂਦਾ ਉਦੋਂ ਹੀ ਦੁਖੀ ਹੋ ਜਾਂਦੇ ਹਾਂ, ਕਿਉਂਕਿ ਸਤਿਗੁਰਾਂ ਨੇ ਸਮਝਾਇਆ ਕਿ ਦੁੱਖ ਵੀ ਉਹ ਦਿੰਦਾ, ਸੁੱਖ ਵੀ ਉਹ ਦਿੰਦਾ ਹੈ। ਜੇ ਸੁੱਖ ਦੇਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਤਾ ਇਤਿ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਇਸ ਕਰਕੇ ਫਿਰ ਉਹਦੇ ਭਾਣੇ ਦੇ ਵਿੱਚ ਰਹਿਣਾ ਜਿਹੜਾ ਹੈ, ਮਨ ਤਨ ਅੰਤਰ ਤੁਝੇ ਧਿਆਈ, ਮਨ ਵਿੱਚ ਵੀ ਉਸ ਨੂੰ ਧਿਆਉਣਾ, ਤਨ ਵਿੱਚ ਵੀ, ਕਿਉਂਕਿ ਪ੍ਰਗਟ ਹੋ ਗਿਆ, ਅੰਦਰ ਵੀ ਧਿਆਉਂਦਾ, ਪ੍ਰਗਟ ਸਾਰੇ ਪਾਸੇ ਪ੍ਰਗਟ ਹੋ ਜਾਂਦਾ ਹੈ। ਫਿਰ ਧਿਆਉਣਾ ਹੀ ਭਗਤੀ ਹੈ, ਦੇਖਣਾ ਹੀ, ਧਿਆਨ ਲਗਾਉਣਾ। ਜਿੱਧਰ ਦੇਖਦੇ ਉੱਧਰ ਹੀ ਪ੍ਰਗਟ ਹੈ। ਤੈਨੂੰ ਹੀ ਧਿਆਉਂਦੇ ਹਾਂ, ਮਨ ਕਰਕੇ ਵੀ, ਤਨ ਕਰਕੇ ਵੀ। ਤੁਮਰੇ ਲਵੇ ਨਾ ਕੋ ਲਾਈ, ਹੋਰ ਅਸੀਂ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਨੇੜੇ ਨਹੀਂ ਲਾਉਂਦੇ, ਸਿਰਫ ਤੈਨੂੰ ਹੀ ਧਿਆਉਂਦੇ ਹਾਂ। ਪਰ ਧਿਆਵਾਂਗੇ ਕਦੋਂ? ਜਦੋਂ ਉਹ ਕਿਰਪਾ ਕਰਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਆਪਾਂ ਉਸ ਨੂੰ ਧਿਆ ਨਹੀਂ ਸਕਦੇ, ਕਿਉਂਕਿ ਜਦ ਤੱਕ ਪ੍ਰਗਟ ਨਹੀਂ ਹੁੰਦਾ ਸਾਡਾ ਧਿਆਨ ਹੀ ਨਹੀਂ ਜੁੜਨਾ ਉਸ ਦੇ ਵਿੱਚ, ਅਸੀਂ ਦੇਖ ਹੀ ਨਹੀਂ ਸਕਦੇ, ਧਿਆ ਹੀ ਨਹੀਂ ਸਕਦੇ। ਪਰ ਜਦੋਂ ਪ੍ਰਗਟ ਹੋ ਗਿਆ ਫਿਰ ਉਸ ਤੋਂ ਬਿਨਾਂ ਦੂਜੇ ਨੂੰ ਨਹੀਂ ਧਿਆਉਂਦੇ। ਹੇ ਪ੍ਰਭੂ ਤੈਨੂੰ ਧਿਆਉਂਦੇ, ਤੇਰੇ ਤੋਂ ਬਿਨਾਂ ਦੂਜੇ ਨੂੰ ਅਸੀਂ ਲਵੇ ਨਹੀਂ ਲਾਉਂਦੇ। ਕਹੋ ਨਾਨਕ ਨਿਤ ਇਵੈ ਧਿਆਈ, ਤੇ ਹੁਣ ਸਮਝਾਉਂਦੇ ਨੇ ਧਿਆਉਣਾ ਕਿਵੇਂ ਹੈ। ਗਤ ਹੋਵੇ ਸੰਤੈ ਲਗ ਪਾਈ, ਕਹਿੰਦੇ ਅਸੀਂ ਸੰਤਾਂ ਦਾ ਸੰਗ ਕਰਕੇ, ਸੰਤਾਂ ਦੇ ਬਚਨਾਂ ਦੁਆਰਾ, ਉਹਨਾਂ ਦੇ ਬਚਨਾਂ ਨੂੰ ਕਮਾ ਕੇ ਹੀ ਧਿਆਉਂਦੇ ਹਾਂ। ਫਿਰ ਹੀ ਪ੍ਰਭੂ ਨੂੰ ਪਾਉਂਦੇ ਹਾਂ, ਫਿਰ ਹੀ ਪ੍ਰਭੂ ਪ੍ਰਗਟ ਹੁੰਦਾ ਹੈ। ਕਿਉਂਕਿ ਸੰਤਾਂ ਦੇ ਬਚਨ, ਸੰਤ ਕੋਈ ਸਰੀਰ ਨਹੀਂ, ਸੰਤ ਗਿਆਨ ਹੈ। ਜਦੋਂ ਪ੍ਰਭੂ ਆਪਣੇ ਸੰਤਾਂ ਦੁਆਰਾ ਸਾਨੂੰ ਗੁਰ ਦਾ ਗਿਆਨ ਦਿੰਦਾ, ਗੁਰ ਨੂੰ ਕਮਾਉਣਾ ਹੀ ਸੰਤਾਂ ਦੇ ਚਰਨੀ ਲੱਗਣਾ ਹੈ। ਸੰਤਾਂ ਦੇ ਬਚਨਾਂ ਨੂੰ ਕਮਾਉਣਾ ਹੀ ਉਹਨਾਂ ਦੇ ਚਰਨੀ ਲੱਗਣਾ ਹੈ। ਕਹਿਣ ਭਾਵ ਸੰਤਾਂ ਤੋਂ ਗੁਰ ਲੈ ਕੇ ਅਸੀਂ ਇਵੇਂ ਧਿਆਉਂਦੇ ਹਾਂ, ਅਤੇ ਧਿਆਉਣ ਦੇ ਨਾਲ ਹੀ ਫਿਰ ਸਾਨੂੰ ਸੋਝੀ ਆ ਜਾਂਦੀ ਹੈ ਕਿ ਉਹਦੀ ਸੇਵਾ 'ਚ ਲੱਗਦੇ ਹਾਂ। ਜੋ ਵੀ ਕਹਿੰਦਾ ਹੈ, ਜੋ ਵੀ ਕਰਾਉਂਦਾ, ਉਸੇ ਨੂੰ ਅਸੀਂ ਭਲਾ ਕਰਕੇ ਜਾਣਦੇ ਹਾਂ, ਕਿਉਂਕਿ ਉਹ ਹਮੇਸ਼ਾ ਭਲਾ ਹੀ ਕਰਦਾ ਹੈ। ਬੇਸ਼ੱਕ ਆਪਾਂ ਕਈ ਵਾਰੀ, ਕਿਉਂਕਿ ਸਾਡੀ ਜਿਹੜੀ ਆਪਣੀ ਸੋਚ ਹੈ, ਸਾਨੂੰ ਕੁਛ ਚੀਜ਼ਾਂ ਵਧੀਆ ਲੱਗਦੀਆਂ, ਕੁਛ ਨਹੀਂ ਲੱਗਦਾ। ਜੇ ਸਾਨੂੰ ਜੋ ਚੰਗੀ ਚੀਜ਼ ਲੱਗਦੀ ਉਹ ਮਿਲਦੀ ਫਿਰ ਅਸੀਂ ਖੁਸ਼ ਹਾਂ, ਜੇ ਸਾਨੂੰ ਜਿਹੜੀ ਚੀਜ਼ ਚੰਗੀ ਨਹੀਂ ਲੱਗਦੀ ਉਹ ਮਿਲਦੀ ਤਾਂ ਅਸੀਂ ਦੁਖੀ ਹਾਂ। ਲੇਕਿਨ ਜਦੋਂ ਫਿਰ ਪ੍ਰਭੂ ਦੇ ਭਾਣੇ 'ਚ ਆ ਜਾਂਦੇ ਹਾਂ, ਫਿਰ ਉਹ ਦੁੱਖ ਵੀ ਦਿੰਦਾ, ਸੁੱਖ ਵੀ ਦਿੰਦਾ, ਖੁਸ਼ੀ ਵੀ ਦਿੰਦਾ, ਗਮੀ ਵੀ ਦਿੰਦਾ, ਮਾਣ ਵੀ ਦਿੰਦਾ, ਅਪਮਾਨ ਵੀ ਦਿੰਦਾ। ਜੋ ਵੀ ਦਿੰਦਾ ਉਸੇ ਨੂੰ ਸੱਚ ਕਰਕੇ ਖੁਸ਼ੀ ਖੁਸ਼ੀ ਅਸੀਂ ਮੰਨਦੇ ਹਾਂ, ਅਤੇ ਫਿਰ ਪ੍ਰਭੂ ਵੀ ਖੁਸ਼ ਹੁੰਦਾ ਹੈ। ਆਓ ਅਗਲਾ ਸ਼ਬਦ ਫਿਰ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਸਰਵਨ ਸੁਨੀਜੈ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲਥਾ। ਹੁਣ ਸਮਝਾਉਂਦੇ ਨੇ ਕੰਨਾਂ ਦੁਆਰਾ ਸੁਣਨੀ ਹੈ ਕਥਾ। ਕਿਹੜੀ ਸੁਣਨੀ? ਅੰਮ੍ਰਿਤ ਕਥਾ। ਇੱਕ ਵਾਰੀ ਸੁਣ ਲਈ, ਮਨ 'ਚ ਵਸਾ ਲਈ, ਬਸ ਫਿਰ ਧਿਆਨ ਹੀ ਰਹਿ ਜਾਂਦਾ ਹੈ। ਉਹ ਅੰਮ੍ਰਿਤ ਕਥਾ ਹੈ। ਬਾਰ ਬਾਰ ਸੁਣਨ ਦੀ ਲੋੜ ਨਹੀਂ ਹੈ, ਕਿਉਂਕਿ ਅੰਮ੍ਰਿਤ ਹੈ, ਅਮਰ ਕਥਾ ਹੈ, ਅਮਰ ਗਿਆਨ ਹੈ। ਇੱਕ ਵਾਰੀ ਮਨ ਦੇ ਵਿੱਚ ਵਸ ਗਿਆ, ਲੋਕ ਤੱਕ ਹੀ ਨਹੀਂ ਪਰਲੋਕ ਤੱਕ ਜਾਂਦਾ ਹੈ, ਨਾਲ ਹੀ ਜਾਂਦਾ ਹੈ। ਐਸਾ ਗਿਆਨ ਹੈ ਜਿਹੜਾ ਗੁਰ ਦਾ ਗਿਆਨ ਹੈ, ਕਿਉਂਕਿ ਅਵਿਨਾਸੀ ਪਰਮੇਸ਼ਰ ਦਾ ਦਿੱਤਾ ਬਚਨ ਹੈ। ਉਸ ਨੂੰ ਅੰਮ੍ਰਿਤ ਕਥਾ ਕਿਹਾ ਹੈ। ਕੰਨਾਂ ਦੁਆਰਾ ਸੁਣਨੀ ਪੈਂਦੀ ਹੈ, ਨੇਤਰਾਂ ਦੁਆਰਾ ਦੇਖਣੀ ਪੈਂਦੀ ਹੈ, ਧਿਆਉਣੀ ਪੈਂਦੀ ਹੈ, ਅਤੇ ਦੇਣ ਵਾਲਾ ਰਸਨਾ ਦੁਆਰਾ ਸਾਨੂੰ ਸੁਣਾਉਂਦਾ ਹੈ। ਕਿਉਂਕਿ ਸੰਤਾਂ ਦੇ ਹਿਰਦੇ ਦੇ ਵਿੱਚ ਇਹ ਨਾਮ ਦੀ ਮਹਿਮਾ ਵਸਦੀ ਹੈ। ਸਭ ਤੋਂ ਉੱਤਮ ਜਿਹੜੀ ਕਥਾ ਹੈ, ਸਭ ਤੋਂ ਉੱਤਮ ਹਰ ਕੀ ਕਥਾ
नाम सुनत दर्द दुख लथा, नाम की महिमा संत रिद वसै, संत प्रताप दुरत सब नसै। संत का संग बड़भागी पाईऐ, संत की सेवा नाम ਧਿਆਈ। ਬੜਭਾਗੀਆਂ ਨੂੰ ਸੰਤ ਦਾ ਸੰਗ ਮਿਲਦਾ ਹੈ ਅਤੇ ਸੰਤ ਹੀ ਫਿਰ ਨਾਮ ਧਿਆਉਣ ਦਾ ਸਾਨੂੰ ਜੁਗਤੀ ਦੱਸਦੇ ਨੇ, ਅਤੇ ਉਸ ਨਾਮ ਨੂੰ ਧਿਆਉਣਾ ਹੀ ਸੰਤਾਂ ਦੀ ਸੇਵਾ ਹੈ, ਕਿਉਂਕਿ ਨਾਮ ਦੇ ਬਰਾਬਰ ਕੁਛ ਵੀ ਨਹੀਂ ਹੈ। ਨਾਮ ਤੁਲ ਕਾਸ਼ਾ ਵਰਨਾ ਹੋਏ, ਨਾਨਕ ਗੁਰਮੁਖ ਨਾ ਪਾਵੈ ਜਨ ਕੋਇ। ਕੁਛ ਵੀ ਨਹੀਂ ਹੈ, ਪਰ ਕਿਸੇ ਵਿਰਲੇ ਨੂੰ ਇਹ ਖਜ਼ਾਨਾ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਜਾਸ ਸੁਣੀ ਮਨ ਹੋਏ ਆਨੰਦਾ। ਜਿਨ੍ਹਾਂ ਨੇ ਸੁਣ ਲਈ, ਜਿਹਦੇ ਸੁਣ ਦੇ ਨਾਲ ਮਨ ਆਨੰਦ ਵਿੱਚ ਹੋ ਜਾਂਦਾ ਹੈ, ਮਨ ਨੂੰ ਆਨੰਦ ਆ ਜਾਂਦਾ ਹੈ। ਦੁੱਖ ਰੋਗ ਮਨ ਸਗਲੇ ਲਥਾ। ਕਹਿੰਦੇ ਮਨ ਤੋਂ ਦੁੱਖ ਰੋਗ ਸਾਰੇ ਲੱਥ ਗਏ, ਆਨੰਦ ਆ ਗਿਆ। ਪਰ ਸੁਣੀ ਕਿਹਦੇ ਦੁਆਰਾ? ਕੰਨਾਂ ਦੁਆਰਾ। ਬਚਨਾਂ ਨੂੰ ਸੁਣਿਆ ਕੰਨਾਂ ਦੁਆਰਾ। ਹੁਣ ਇੱਥੇ ਬਹੁਤ ਸਾਰੇ ਜੀਵ ਕਈ ਵਾਰੀ, ਕਿਉਂਕਿ ਸਾਨੂੰ ਕੰਨਾਂ ਦੇ ਵਿੱਚ ਆਵਾਜ਼ ਸੁਣਦੀ ਹੈ। ਜਦੋਂ ਅਸੀਂ ਬਹੁਤਾ ਸਰੀਰ ਨਾਲ ਜੁੜ ਜਾਂਦੇ ਹਾਂ ਅਤੇ ਸਾਨੂੰ ਇੱਕ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ ਕੰਨਾਂ ਦੁਆਰਾ। ਅੰਦਰ ਸਰੀਰ 'ਚ ਕਈ ਤਰ੍ਹਾਂ ਦੀਆਂ ਆਵਾਜ਼ਾਂ ਹੁੰਦੀਆਂ ਨੇ, ਉਹ ਕਿ ਕਈ ਜੀਵ ਉਸੇ ਨੂੰ ਹੀ ਅਨਹਦ ਬਾਣੀ, ਅੰਮ੍ਰਿਤ ਕਥਾ ਐਸਾ ਕੁਛ ਜਾਣ ਲੈਂਦੇ ਨੇ। ਪਰ ਬਾਰੇ ਦੱਸਿਆ ਕਿ ਪਰਮੇਸ਼ਰ ਤਾਂ ਬੋਲਦਾ ਹੈ, ਸਾਧੂ ਜਨਾਂ ਦੀ ਰਸਨਾ ਤੋਂ ਬੋਲਦਾ ਹੈ, ਕਿਉਂਕਿ ਜਿੰਨੀ ਬਾਣੀ ਲਿਖਾਈ ਅੱਖਰਾਂ 'ਚ ਲਿਖੀ ਗਈ, ਗ੍ਰੰਥ ਲਿਖੇ ਗਏ, ਆਪ ਪ੍ਰਭੂ ਨੇ ਲਿਖਾਏ ਨੇ। ਇਸ ਕਰਕੇ ਇਹ ਜਿਹੜੀ ਅੰਮ੍ਰਿਤ ਕਥਾ ਇਹ ਸੰਤ ਜਨ, ਸਾਧੂ ਜਨ ਕਰਦੇ ਨੇ। ਉਹ ਰਸਨਾ ਦੁਆਰਾ ਸਾਨੂੰ ਗਿਆਨ ਦਿੰਦੇ ਨੇ, ਗਿਆਨ ਦਾ ਸੁਰਮਾ ਨੇਤਰਾਂ 'ਚ ਪਾਉਂਦੇ ਨੇ। ਸੁਣਨੀ ਕੰਨਾਂ ਨਾਲ ਪੈਂਦੀ ਹੈ ਸਾਧੂ ਜਨਾਂ ਦਾ ਸੰਗ ਕਰਕੇ। ਸ਼ਬਦ ਹੈ, ਸ਼ੁਰੂ ਕਰਦੇ ਹਾਂ। ਊਠਤ ਬੈਠਤ ਸੋਭਤ ਧਿਆਈਐ। ਕਹਿੰਦੇ ਉੱਠਦੇ, ਬਹਿੰਦੇ, ਸੌਂਦੇ, ਧਿਆਉਂਦੇ, ਧਿਆਉਣਾ, ਕਿਉਂਕਿ ਧਿਆਉਣ ਵਿੱਚ ਹੈ। ਜੇ ਧਿਆਏ ਹੀ ਨਹੀਂ, ਉਹਦੇ ਬਾਰੇ ਆਪਾਂ ਕਹਿ ਨਹੀਂ ਸਕਾਂਗੇ। ਜਿਸ ਨੂੰ ਦੇਖੇ ਹੀ ਨਹੀਂ, ਜੇ ਬਿਨਾਂ ਦੇਖੇ ਹੀ ਕਵਾਂਗੇ ਤੇ ਸਾਡਾ ਕਹਿਆ ਵਿਅਰਥ ਹੈ। ਜੇ ਦਿਸੇਗਾ, ਪਹਿਲਾਂ ਅਦਿਸ਼ਟ ਹੈ, ਅਦਿਸ਼ਟ ਦਿਸੇ ਤਾਂ ਕਹਿਆ ਜਾਏ, ਬਿਨ ਦੇਖੇ ਕਹਿਆ ਬਿਰਥਾ ਜਾਏ। ਹੁਣ ਜਦੋਂ ਅਸੀਂ ਪਹਿਲਾਂ ਉਸ ਨੂੰ ਹਰ ਸਮੇਂ ਧਿਆਉਣਾ ਸ਼ੁਰੂ ਕਰਾਂਗੇ, ਆਪਣੇ ਮਾਰਗ 'ਤੇ ਚੱਲਾਂਗੇ, ਫਿਰ ਦੂਜਿਆਂ ਨੂੰ ਇਹ ਗਿਆਨ ਦੇਵਾਂਗੇ। ਮਾਰਗ ਚੱਲਤ ਹਰੇ ਹਰ ਗਾਈਐ, ਫਿਰ ਹਰੀ ਦਾ ਗਿਆਨ ਅੱਗੇ ਦੇਵਾਂਗੇ। ਪਹਿਲਾਂ ਸੁਣੀ, ਧਿਆਈ, ਫਿਰ ਧਿਆ ਕੇ ਉਸ ਮਾਰਗ 'ਤੇ ਚੱਲੇ ਜਿਹੜਾ ਗੋਬਿੰਦ ਮਾਰਗ ਹੈ। ਫਿਰ ਅੱਗੇ ਦੂਜੇ ਜੀਵਾਂ ਨੂੰ ਦੱਸੀ, ਅੱਗੇ ਗਿਆਨ ਦਿੱਤਾ, ਗਾਇਆ ਉਸ ਨੂੰ। ਕਾਰਜ ਕਾਮ ਬਾਟ ਘਾਟ ਜਪੀਜੈ। ਫਿਰ ਚਾਹੇ ਕਰਮ ਕਰੀਏ, ਤੁਰੇ ਫਿਰੇ ਜਾਈਏ, ਚਲੇ ਜਾਈਏ, ਹਰ ਸਮੇਂ ਆਪਾਂ ਉਸ ਨੂੰ ਧਿਆ ਵੀ ਸਕਦੇ ਹਾਂ, ਉਸ ਦੀ ਸਿਫਤ ਸਲਾਹ ਵੀ ਕਰ ਸਕਦੇ ਹਾਂ। ਇੱਕ ਕਿਸੇ ਦੇ ਕੋਲ ਜੀਵ ਸਿਫਤ ਸਲਾਹ ਕਰਦਾ ਹੈ, ਉਹ ਬੋਲ ਕੇ ਕੀਤੀ ਜਾਂਦੀ ਹੈ। ਇੱਕ ਹੈ ਆਪਣੇ ਹੀ ਮਨ ਦੇ ਵਿੱਚ ਉਸਤਤ ਕਰਦਾ ਹੈ, ਪਹਿਲਾਂ ਅੰਦਰ ਹੀ ਮਨ ਉਸਤਤ ਕਰਦਾ ਪ੍ਰਭੂ ਦੀ, ਜਿਸ ਨੂੰ ਬਾਰੇ ਸਮਝਾਉਂਦੇ ਨੇ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹਿਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਉਹ ਫਿਰ ਅਸੀਂ ਹਰ ਸਮੇਂ ਮਨ ਦੇ ਵਿੱਚ ਉਸਤਤ ਕਰਦੇ ਹਾਂ, ਨਾਲੇ ਕੰਮ ਕਾਰ ਵੀ ਕਰਦੇ, ਉੱਧਰ ਤੁਰੇ ਫਿਰਦੇ ਵੀ, ਅਤੇ ਪ੍ਰਭੂ ਦੀ ਉਸਤਤ ਵੀ ਕਰਦੇ। ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਇੱਦਾਂ ਗੁਰ ਦਾ ਗਿਆਨ ਲੈ ਕੇ ਫਿਰ ਅੰਮ੍ਰਿਤ ਨੂੰ ਪੀਂਦਾ ਹੈ। ਜਿਹੜੀ ਅੰਮ੍ਰਿਤ ਕਥਾ ਕੀ ਹੈ? ਗੁਰ, ਗੁਰ ਦਾ ਸ਼ਬਦ, ਗੁਰ ਦਾ ਗਿਆਨ, ਜਿਸ ਨੂੰ ਨੇਤਰਾਂ ਦੁਆਰਾ ਆਪਾਂ ਦੇਖਣਾ ਹੈ, ਕਿਉਂਕਿ ਗਿਆਨ ਦਾ ਸੁਰਮਾ ਕਿੱਥੇ ਪੈਂਦਾ ਹੈ? ਨੇਤਰਾਂ ਦੇ ਵਿੱਚ, ਜਿਸਨੂੰ ਆਪਾਂ ਗੋਹਜ ਕਥਾ ਕਹਿ ਦਿੰਦੇ, ਸਹਿਜ ਕਥਾ ਕਹਿ ਦਿੰਦੇ ਹਾਂ।
सहज कथा प्रभु की अति मीठी, बिरले काहू नेत्रों डीठी। दिन सरैन हर कीर्तन गाइए, फिर दिन रैन हरि दा कीर्तन गाना है। कौन गाउंदा है? ਉਹੀ ਗਾਉਂਦੇ ਨੇ ਜਿਨ੍ਹਾਂ ਨੂੰ ਪ੍ਰਭੂ ਨੂੰ ਜਾਣ ਲਿਆ ਹੈ, ਸਾਧੂ ਸਨ। ਇੱਕ ਹੀ ਗਿਆਨ ਦਾ ਜਿਹੜਾ ਕਿਵੇਂ ਆਪਾਂ ਧਿਆਉਣਾ ਹੈ, ਕਿਵੇਂ ਜਪਣਾ ਹੈ, ਉਹੀ ਕੀਰਤਨੀਆ ਭਲਾ ਹੈ ਜਿਹੜਾ ਜੀਵਾਂ ਨੂੰ ਇਹ ਗਿਆਨ ਦਿੰਦਾ ਹੈ ਕਿ ਕਿਹੜੀ ਸਾਡੀ ਸੁਰਤ ਹੈ, ਕਿਵੇਂ ਅਸੀਂ ਸੇਵਾ ਕਰਨੀ ਹੈ, ਕਿਹੜੀ ਧੁਨ ਹੈ। ਓੰਕਾਰ ਏਕ ਧੁਨ ਏਕੋ, ਇੱਕ ਰਾਗ ਆਲਾਪੈ, ਏਕਾ ਦੇਸੀ ਏਕ ਦਿਖਾਵੈ, ਇੱਕੋ ਰਿਹਾ ਵਿਆਪੇ। ਉਸ ਦਾ ਗਿਆਨ ਦਿੰਦਾ ਜਿਹੜਾ ਹਰ ਥਾਂ ਵਿਆਪਿਆ ਹੋਇਆ ਹੈ। ਏਕਾ ਸੁਰਤ, ਸੁਰਤ ਸਾਰਿਆਂ 'ਚ ਇੱਕ ਹੈ। ਜੇਤੇ ਜੀ ਮੈਂ ਸਮਝਾਉਂਦੇ ਨੇ, ਏਕਾ ਸੁਰਤ ਜੇਤੇ ਸਭ ਜੀ, ਸੁਰਤ ਵਿਹੂਣਾ ਕੋਇ ਨਾ ਕੀ। ਕੋਈ ਵੀ ਸੁਰਤ ਤੋਂ ਵਿਹੂਣਾ ਨਹੀਂ ਹੈ, ਸਾਰਿਆਂ ਦੇ ਅੰਦਰ ਸੁਰਤ ਹੈ, ਜਿੰਨੇ ਵੀ ਜੀਵ ਹਨ। ਪਰ ਇਹ ਸੁਰਤ ਨੂੰ ਕਿਵੇਂ ਸੇਵਾ ਕਿਵੇਂ ਕਰਨੀ, ਉਹ ਸਾਨੂੰ ਗਿਆਨ ਨਹੀਂ ਹੈ। ਫਿਰ ਇੱਕ ਹੀ ਸੇਵਾ ਦੱਸਦੇ ਨੇ, ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰ ਤੇ ਜਾਪੈ। ਗੁਰ ਦਾ ਗਿਆਨ ਲੈ ਕੇ ਜਪਣਾ, ਦੇਖਣਾ, ਧਿਆਨ ਲਾਉਣਾ, ਇਹੀ ਫਿਰ ਮੇਰੇ ਕਹਿੰਦੇ ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੋ। ਇਹ ਫਿਰ ਕੀਰਤਨ ਗਾਉਂਦਾ ਹੈ ਜੀਵ, ਦਿਨ ਹੋਵੇ ਰਾਤ ਹੋਵੇ ਕੋਈ ਫਰਕ ਨਹੀਂ ਹੈ। ਕਿਉਂਕਿ ਜੇ ਰਾਤ ਨੂੰ ਗਿਆਨ ਲੈਣਾ ਚਾਹੁੰਦਾ ਰਾਤ ਨੂੰ ਵੀ ਦਿੰਦੇ, ਦਿਨ 'ਚ ਲੈਣਾ ਚਾਹੁੰਦਾ ਦਿਨ 'ਚ ਵੀ ਇਹ ਗਿਆਨ ਦਿੰਦੇ ਨੇ। ਸੋ ਜਨ ਜਮ ਕੀ ਬਾਟ ਨਾ ਪਾਈਏ। ਚਾਹੇ ਦਿਨ 'ਚ ਗਿਆਨ ਲੈ ਲਈਏ, ਚਾਹੇ ਰਾਤ ਨੂੰ, ਪਰ ਜਦੋਂ ਅਸੀਂ ਧਿਆਉਂਦੇ ਹਾਂ, ਜਿਹੜੇ ਜੀਵ ਆਪ ਮਾਰਗ 'ਤੇ ਚੱਲਦੇ ਨੇ, ਉਹ ਫਿਰ ਦੂਜਿਆਂ ਨੂੰ ਵੀ ਉਹ ਰਸਤੇ 'ਤੇ ਨਹੀਂ ਤੋਰਦੇ ਜਿਹੜਾ ਰਸਤਾ ਸਾਨੂੰ ਜਮਾਂ ਦੇ ਪਾਸੇ ਲੈ ਜਾਂਦਾ ਹੈ। ਦੋ ਹੀ ਮਾਰਗ ਨੇ, ਇੱਕ ਧਾਤ ਦਾ, ਇੱਕ ਲਿਵ ਦਾ, ਇੱਕ ਗੋਬਿੰਦ ਮਾਰਗ, ਇੱਕ ਜਮ ਮਾਰਗ। ਜਿਹੜੇ ਜੀਵ ਆਪ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ, ਨਾ ਤਾਂ ਉਹ ਆਪ ਉਸ ਮਾਰਗ 'ਤੇ ਚੱਲਦੇ ਨੇ, ਅਤੇ ਨਾ ਜਿਹੜੇ ਉਹਨੂੰ ਸੁਣਦੇ ਨੇ ਉਹ ਉਸ ਮਾਰਗ 'ਤੇ ਚੱਲਣਗੇ, ਜਮਾਂ ਦੇ ਮਾਰਗ 'ਤੇ। ਕਿਹੜੇ ਮਾਰਗ 'ਤੇ ਚੱਲਣਗੇ? ਗੋਬਿੰਦ ਮਾਰਗ 'ਤੇ। ਕਿਉਂਕਿ ਜਿਹੜਾ ਜੀ ਮਹਾਰਾਜ ਸਮਝਾਉਂਦੇ ਨੇ, ਆਪ ਹਰ ਮਾਰਗ ਚੱਲਦੇ, ਹੋਰਨਾਂ ਨੂੰ ਹਰ ਮਾਰਗ ਪਾਏ। ਜਿਹੜਾ ਆਪ ਹਰੀ ਦੇ ਮਾਰਗ 'ਤੇ ਚੱਲਦਾ ਹੈ, ਉਹ ਦੂਜਿਆਂ ਨੂੰ ਵੀ ਹਰੀ ਦੇ ਮਾਰਗ 'ਤੇ ਤੋਰਦਾ ਹੈ। ਆਠ ਪਹਿਰ ਜਿਸ ਵਿਸਰੈ ਨਾਹੀਂ, ਅੱਠੇ ਪਹਿਰ ਜਿਹਨੂੰ ਮਾਲਕ ਵਿਸਰਦਾ ਨਹੀਂ। ਆਠ ਪਹਿਰ ਪ੍ਰਭ ਬਸੈ ਹਜੂਰੇ, ਕੋ ਨਾਨਕ ਸਈ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੇ ਦਰਸਾ ਪਾਪ ਮਿਟਾਵੈ। ਦਰਸ਼ ਕੀ ਕਿਸੇ ਜੀਵ ਦੇ ਦਰਸ਼ਨ ਸਰੀਰ ਦੇ ਨਹੀਂ, ਗੁਰ ਦੇ ਗਿਆਨ ਦੇ। ਤਿਸਕੇ ਦਰ ਸਰਬ ਸੁਖ ਪਾਵੈ, ਫਿਰ ਸਾਰੇ ਸੁਖ ਪ੍ਰਾਪਤ ਹੁੰਦੇ ਨੇ। ਪਰ ਜੇ ਗੁਰ ਦਾ ਗਿਆਨ ਲੈਂਦੇ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤੇ ਜਨ ਕੇ ਪੂਜੋ ਸਦ ਪੈਰਾ। ਉਹ ਜਨਮ ਦੇ ਬਚਨਾਂ ਨੂੰ ਲੈ ਕੇ ਕਮਾਵਾਂਗੇ, ਅਤੇ ਫਿਰ ਸਾਨੂੰ ਜਨਮ ਮਰਨ 'ਚ ਨਹੀਂ ਜਾਣਾ ਪੈਂਦਾ। ਉਹਦੀ ਸੇਵਾ ਕਰਾਂਗੇ। ਸੇਵਾ ਕੀ ਹੈ? ਨਾਮ ਧਿਆਉਣੀ, ਅਵਰ ਤਿਆਗ, ਅਵਰ ਜਿਹਨੂੰ ਸਮਝਾਉਂਦੇ ਨੇ, ਆਪਾਂ ਵਿਚਾਰਦੇ ਹਾਂ ਕਿ ਉਹਨੂੰ ਸਭ ਕੁਝ ਛੱਡ ਕੇ ਉਹਦੀ ਸੇਵਾ ਦੇ ਵਿੱਚ ਲੱਗ। ਤੇ ਜਾਣ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੇ ਤੇਰਾ, ਵੀ ਤੇਰਾ ਆਵਣ ਜਾਣ ਨਹੀਂ ਹੋਏਗਾ। ਸੇਵਾ ਕੀ ਕਰਨੀ? ਉਸਦੀ ਨਾਮ ਨੂੰ ਧਿਆਉਣਾ, ਉਹਦੇ ਬਚਨਾਂ ਨੂੰ ਕਮਾਉਣਾ। ਸੋ ਇਸ ਕਰਕੇ ਸਮਝਾਉਂਦੇ ਨੇ, ਕਹਿੰਦੇ ਜਿਹੜਾ ਜੀਵ ਅੱਠੇ ਪਹਿਰ, ਆਠ ਪਹਿਰ ਜਿਸ ਵਿਸਰੈ ਨਾਹੀਂ, ਗਤ ਹੋਵੇ ਨਾਨਕ ਤਿਸ ਲਗ ਪਾਈ। ਵੀ ਐਸੇ ਜਨ ਦੇ ਫਿਰ ਬਚਨਾਂ ਦੇ ਨਾਲ ਜੁੜ ਕੇ, ਕੋਈ ਪੈਰਾਂ ਨਾਲ ਜੁੜ ਕੇ ਨਹੀਂ ਹੋਣਾ ਕੁਛ ਵੀ ਕਿਤੇ। ਕਿਉਂਕਿ ਆਪਾਂ ਦੇਖਦੇ ਹਾਂ ਸੰਸਾਰੇ ਹੀ ਆ ਵੀ ਪੈਰਾਂ ਦੀ ਤੂੜੀ ਚੱਕਦਾ ਹੈ, ਮੱਥੇ ਨੂੰ ਲਾਉਂਦਾ ਹੈ ਪੈਰਾਂ ਨਾਲ,
पैरी हथ लाउंदा है? नहीं, क्योंकि संत कोई शरीर नहीं है, साधु कोई शरीर नहीं है। वो फिर सानू बचन देंदे ने, ज्ञान देंदे ने, गुर दा ज्ञान देंदे ने, जुगत दसदे ने। वो जुगत दे नाल लग के ही साडी गत होंदी है। गत होवे नानक तिस लग पाई। किहड़े किहदे? जिहड़े 8 पहर ही प्रभु नूं ध्याउंदे ने, जिन्हां नूं 8 पहर विसरदा नहीं है। अगला शब्द है आसा महला 5वां। आसा राग दे विच महले 5वें दा शब्द। रहो पंक्तियां ने। आनंद करो प्रभ के गुण गावो, सतगुर अपना सदा सदा मनावो। कहते आनंद करते हाँ किवें? प्रभु दे गुण गा के। सतगुर नूं अपने नूं सदा ही मनाउंदे हाँ। 8 पहर सदा ही उस नूं मनाउंदे हाँ। उस दे गुण गा के ही आनंद नूं प्राप्त करते हाँ। उस दे विच आनंद नूं आनंद समझदे हाँ। प्रभु दे गुण गाउण नूं ही कोई साडे वास्ते आनंद है। सतगुर नूं मनाउणा, सतगुर नूं ध्याउणा, यही साडा कर्म है। क्यों करते हाँ? ये रहो पंक्तियां ने। कहते जाके सिमरन सुख निवास, क्योंकि उहदे सिमरन नाल सुखां दे घर दे विच वासा हो जाता है। साडे मन दे विच सुख निवास कर जाते ने। भई कल्याण दुख होवत नास, दुखां दा नास हो जाता है ते साडा कल्याण हो जाता है। पर जदों असीं प्रभु नूं सिमरदे हाँ, क्योंकि होर दी आपां सिमर नहीं करना, होर दी किरतम नहीं करनी। आपां सिर्फ किस दा सिमरन करना है, किस दी कीरती गाउणी है, ताकि साडा कल्याण हो जावे। दसम पातशाह जी महाराज एक शब्द हजारे बाणी है दसम पातशाह जी दी, उस दे विच समझाउंदे ने। कल्याण राग पातशाही 10वीं की समझाउंदे ने? बिन करतार ना किरतम मानो। कहते बिना करतार तो होर किसे दी किरतम नहीं करनी, होर किसे दी गुण नहीं गाउने। आद अजोन अजय अविनाशी, आद तो है, जूना तो रहत है, जन्म मरण तो रहत है, ते अविनाशी है। ते परमेश्वर जानो। उस नूं परमेश्वर जानना, किसी बंदे नूं नहीं समझ लेना परमेश्वर। किसी चीज़ नूं जो अज पहला है सी अज नहीं, उस नूं नहीं किस नूं समझना है। जिहड़ा आद तो है, जूना तो रहता है, जन्म मरण तो रहता है, ते अविनाशी है। हाँ अगे फिर सानू सुचेत करते ने। कहते कहाँ पयो जो आन जगत में, दसक असर हर काए, अधिक प्रपंच दिखाए सबन को, आपे ब्रह्म कहाए। कहते जे कोई आके अपने आप नूं ब्रह्म कहाउंदा है ते सानू लुटदा है परमेश्वर दे नाम ते। भंजन गण समर्थ सदा प्रभु, सो किम जात गनायो। कहते भंजन गण समर्थ प्रभु वो किमें अपनी जात गनाएगा, क्योंकि वह तो जन्म मरण तो रहता है, वो तो आजाद है, आजाद है। ताते सर्वकाल के अस को काए बचाए नायो। कहते फिर तो उस जीव नूं प्रभु दे सज़ा तो कोई भी नहीं बचा सकता, जिहड़ा खुद अपने आप नूं ब्रह्म कहाउंदा है। क्योंकि मालक जूना तो रहता है, वो तो अजन्मा है। कोई जीव आके अपने आप नूं कहे भी मैं ब्रह्म हाँ, मैं रब हाँ, तो ऐसे जीवां नूं फिर सज़ा देंदा है मालक। कोई भी नहीं बचा सकता उन्होंने प्रभु तो। तो फिर कहते कैसे तोहे तार है सुन जड़, आप डुबे भव सागर। कहते वो तो खुद ही भव सागर च डुब गया, जिहड़ा अपने आप नूं ब्रह्म कहाउंदा सी। तुहानूं किवें तर सकता है। छुट्टिओ काल जाल ते तब ही गयो सरन जगत आगर। तुसी काल तो तां ही छुड़ सकते हो जे तुसी प्रभु दी जग नूं तारन वाला परमेश्वर उहदी शरण विच जावांगे।
क्योंकि ਜਿਹੜੇ ਜਨ ਨੇ ਉਸਦੇ ਚਾਕਰ ਨੇ ਉਹ ਆਪਣੇ ਆਪ ਨੂੰ ਨਹੀਂ ਜਲਾਉਂਦੇ ਕੁਛ ਵੀ, ਉਹ ਸਾਨੂੰ ਸਿੱਧਾ ਨਿਰੰਕਾਰ ਨਾਲ ਜੋੜਦੇ ਨੇ ਗੁਰ ਦਾ ਗਿਆਨ ਦੇ ਕੇ, ਤਾਂ ਹੀ ਸਾਡਾ ਕਲਿਆਣ ਹੁੰਦਾ ਹੈ। ਜੇਕਰ ਆਪਾਂ ਕਿਸੇ ਜੀਵ ਨਾਲ ਜੁੜ ਗਏ, ਬੰਦੇ ਨਾਲ ਜੁੜ ਗਏ, ਕਿਸੇ ਸਥਾਨ ਨਾਲ ਜੁੜ ਗਏ, ਕਿਸੇ ਅੱਖਰਾਂ ਨਾਲ ਜੁੜ ਗਏ, ਤੇ ਅਸੀਂ ਡੁੱਬ ਜਾਵਾਂਗੇ। ਅਸੀਂ ਨਿਰੰਕਾਰ ਨਾਲ ਜੁੜਨਾ ਹੈ, ਅਸੀਂ ਨਿਰੰਕਾਰ ਦੀ ਸੇਵਾ ਕਰਨੀ ਹੈ, ਅਸੀਂ ਅਕਾਲ ਦੀ ਸੇਵਾ ਕਰਨੀ ਹੈ, ਨਾ ਕਿ ਕਾਲ ਦੀ। ਸੋ ਇਸ ਕਰਕੇ ਸਮਝਾਉਂਦੇ ਨੇ, ਕਹਿੰਦੇ ਦੁੱਖਾਂ ਦਾ ਨਾਸ ਹੋ ਗਿਆ ਤੇ ਕਲਿਆਣ ਹੋ ਗਿਆ। ਭਈ ਕਲਿਆਣ ਦੁੱਖ ਹੋਵਤ ਨਾਸ। ਸਤਿਗੁਰ ਕਾ ਸੱਚ ਸ਼ਬਦ ਕਮਾਵੋ। ਸਤਿਗੁਰ ਦਾ ਸੱਚਾ ਸ਼ਬਦ, ਸੱਚਾ ਗਿਆਨ, ਉਹ ਸ਼ਬਦ ਨੂੰ ਕਮਾਵੋਗੇ। ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ। ਥਿਰ ਘਰ 'ਚ ਬੈਠ ਕੇ ਆਪਣੇ ਪ੍ਰਭੂ ਨੂੰ ਪਾ ਸਕਦੇ ਹਾਂ। ਪਰ ਜੇ ਸਤਿਗੁਰ ਦੇ ਬਚਨ ਨੂੰ ਕਮਾਵਾਂਗੇ, ਉਹ ਸੱਚਾ ਸ਼ਬਦ ਹੈ, ਉਹ ਸੱਚਾ ਗਿਆਨ ਹੈ, ਉਹ ਸੱਚਾ ਉਪਦੇਸ਼ ਹੈ, ਉਹ ਸੱਚੀ ਸਿੱਖ ਹੈ। ਇੱਕ ਹੀ ਸਿੱਖ ਹੈ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਹ ਸਿੱਖ ਕਿਹੜੀ ਹੈ? ਗੁਰਾਂ ਇੱਕ ਦੇ ਬੁਝਾਈ। ਇੱਕ ਪਰਮੇਸ਼ਰ ਨੂੰ ਬੁਝਾਉਣਾ ਹੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸੋ ਇਸ ਕਰਕੇ ਸਮਝਾਉਂਦੇ ਨੇ, ਉਹ ਕਮਾਉਣ ਦੇ ਨਾਲ ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਸਥਾਨ 'ਤੇ ਜਾਣ ਦੀ ਲੋੜ ਨਹੀਂ। ਆਪਣੇ ਥਿਰ ਘਰ 'ਚ 9 ਦਰਾਂ ਦਾ ਸਰੀਰ ਨੂੰ ਧਿਆਨ ਛੱਡਣਾ ਹੈ, ਮਾਇਆ ਦਾ ਥਿਰ ਘਰ 'ਚ ਬੈਠਣਾ ਹੈ। ਉੱਥੇ ਪ੍ਰਭੂ ਪ੍ਰਗਟ ਹੋ ਜਾਂਦਾ, ਕਿਉਂਕਿ ਥਿਰ ਘਰ ਦੇ ਵਿੱਚ ਵਸਦਾ ਹੈ। ਉੱਥੇ ਆਪਾਂ ਫਿਰ ਧਿਆ ਸਕਦੇ ਹਾਂ। ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ, ਉਸ ਨੂੰ ਆਪਾਂ ਪ੍ਰਾਪਤ ਕਰ ਸਕਦੇ ਹਾਂ। ਸਾਡੇ ਥਿਰ ਘਰ ਦੇ ਵਿੱਚ ਪ੍ਰਭੂ ਦਾ ਵਾਸਾ ਹੈ। ਪਰ ਜਾਵਾਂਗੇ ਕਿਵੇਂ? ਸੱਚੇ ਸ਼ਬਦ ਨੂੰ ਕਮਾ ਕੇ, ਸੱਚੇ ਗਿਆਨ ਨੂੰ ਲੈ ਕੇ ਕਮਾ ਕੇ। ਪਰ ਕਾ ਬੁਰਾ ਨਾ ਰਾਖੂ ਚੀਤ। ਤੇ ਇੱਥੇ ਫਿਰ ਕਿਸੇ ਦਾ ਬੁਰਾ ਚਿੱਤ 'ਚ ਨਹੀਂ ਰੱਖਣਾ। ਹਰ ਤੋਂ ਤੁਮ ਕੋ ਦੁੱਖ ਨਹੀਂ ਪਾਈ ਮੀਤ। ਜੇ ਕਿਸੇ ਦਾ ਬੁਰਾ ਚਿੱਤ 'ਚ ਨਹੀਂ ਲਿਆਵਾਂਗੇ, ਬੁਰਾ ਕੀ ਹੈ? ਬੁਰਾ ਤਾਂ ਪਰਮੇਸ਼ਰ ਤੋਂ ਬਿਨਾਂ ਬੁਰਾ ਹੀ ਬੁਰਾ ਹੈ। ਜੇ ਆਪਾਂ ਪਰਮੇਸ਼ਰ ਨਾਲ ਨਹੀਂ ਜੁੜੇ, ਜੇ ਆਪਾਂ ਕਹੀ ਵੀ ਸੰਸਾਰੀ ਕਰਮ ਜਿਹੜੇ ਨੇ ਚੰਗੇ ਨੇ, ਨਹੀਂ। ਇਸ ਕਰਕੇ ਆਪ ਵੀ ਪਰਮੇਸ਼ਰ ਨੂੰ ਧਿਆਉਣਾ, ਹੋਰਾਂ ਨੂੰ ਵੀ ਗਿਆਨ ਦੇਣਾ ਹੈ। ਤਾਂ ਹੀ ਆਪਾਂ, ਜੇ ਅਸੀਂ ਕਿਸੇ ਨੂੰ ਨਹੀਂ ਦੱਸਾਂਗੇ, ਅੱਗੇ ਹੋਰ ਨੂੰ ਦੱਸਾਂਗੇ। ਕਿਉਂਕਿ ਜੇ ਪਰਮੇਸ਼ਰ ਨਾਲ ਨਾ ਮਿਲੇ, ਜਿਹੜਾ ਜੀਵ ਪਰਮੇਸ਼ਰ ਨੂੰ ਨਹੀਂ ਮਿਲਿਆ, ਉਸ ਦਾ ਕਦੇ ਭਲਾ ਨਹੀਂ ਹੋਣਾ, ਉਸ ਦਾ ਬੁਰਾ ਹੀ ਹੋਣਾ ਹੈ। ਇਸ ਕਰਕੇ ਆਪ ਵੀ ਧਿਆਉਣਾ, ਦੂਜਿਆਂ ਨੂੰ ਵੀ ਇਹ ਗਿਆਨ ਦੇਣਾ, ਦੱਸਣਾ ਹੈ ਕਿ ਆਪਾਂ ਕਿਵੇਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਫਿਰ ਹੀ ਆਪਾਂ ਸਮਝ ਸਕਦੇ ਕਿ ਕਿਸੇ ਦੇ ਪ੍ਰਤੀ ਸਾਡਾ ਮਨ ਦੇ ਵਿੱਚ ਬੁਰਾਈ ਨਹੀਂ ਹੈ। ਜੇ ਅਸੀਂ ਗਿਆਨ ਦੇ ਕੇ ਲੋਕਾਂ ਨੂੰ ਉਲਝਾ ਕੇ ਭਰਮ 'ਚ ਪਾ ਕੇ ਲੁੱਟਦੇ ਹਾਂ, ਉਹ ਫਿਰ ਬੁਰਾ ਚਿਤਵਣਾ ਹੈ ਕਿਸੇ ਦਾ। ਫਿਰ ਉੱਥੇ ਜੀਵ ਨੂੰ ਸਜ਼ਾ ਮਿਲਦੀ ਹੈ। ਇਸ ਕਰਕੇ ਕਿਸੇ ਦਾ ਬੁਰਾ ਨਹੀਂ, ਹਰ ਇੱਕ ਨੂੰ ਸੱਚੀ ਸਿੱਖ ਦੇਣੀ ਹੈ, ਸੱਚਾ ਉਪਦੇਸ਼ ਦੇਣਾ, ਤਾਂ ਕਿ ਹਰ ਇੱਕ ਜੀਵ ਦਾ ਭਲਾ ਹੋ ਜਾਵੇ। ਹਰ ਹਰ ਤੰਤ ਮੰਤ ਗੁਰ ਦੀਨਾ। ਹਰੀ ਦਾ ਜਿਹੜਾ ਮੰਤਰ ਹੈ, ਅਸਲੀ ਤੱਤ ਗੁਰ, ਆਪ ਪ੍ਰਭੂ ਦੇਂਦਾ ਹੈ। ਹਰ ਹਰ ਤੰਤ ਮੰਤ ਗੁਰ ਦੀਨਾ, ਇਹ ਸੁਖ ਨਾਨਕ ਅਨਦਿਨ ਚੀਨਾ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਇਹ ਸੁੱਖ ਫਿਰ ਜਿਹੜਾ ਸਾਨੂੰ ਇਹ ਮੰਤਰ ਹਰੀ ਨੇ ਦਿੱਤਾ ਹੈ, ਗੁਰ ਦਾ ਆਪ ਦਿੱਤਾ ਹੈ, ਇਹ ਸਾਡੇ ਵਾਸਤੇ ਸੁੱਖ ਹੈ। ਇਹ ਸੁੱਖ ਅਸੀਂ ਪ੍ਰਾਪਤ ਕੀਤਾ। ਇਹ ਸੁੱਖ ਨਾਨਕ ਅਨਦਿਨ, ਹਰ ਰੋਜ਼ ਇਸ ਸੁੱਖ ਨੂੰ ਅਸੀਂ ਪ੍ਰਾਪਤ ਕਰਦੇ ਹਾਂ ਅਤੇ ਉਸ ਨੂੰ ਕਮਾਉਂਦੇ ਹਾਂ, ਉਸ ਦੀ ਸੇਵਾ ਕਰਦੇ ਹਾਂ। ਅਤੇ ਤੁਸੀਂ ਵੀ ਦੂਜਿਆਂ ਨੂੰ ਵੀ ਫਿਰ ਕਹਿੰਦੇ ਕਿ ਤੁਸੀਂ ਵੀ ਇੱਦਾਂ ਕਰਨਾ ਹੈ। ਫਿਰ ਸਾਨੂੰ ਕਦੇ ਵੀ ਦੁੱਖ ਨਹੀਂ। ਜੇ ਅਸੀਂ ਕਿਸੇ ਨੂੰ ਮਾੜੀ ਸਿੱਖਿਆ ਦੇਵਾਂਗੇ, ਮਾੜਾ ਗਿਆਨ ਦੇਵਾਂਗੇ, ਗਲਤ ਗਾਈਡ ਕਰਾਂਗੇ, ਕਿਉਂਕਿ ਜੇ ਸਾਨੂੰ ਪਤਾ ਅਸੀਂ ਕਿਸੇ ਨੂੰ ਗਲਤ ਗਾਈਡ ਕਰਦੇ ਹਾਂ, ਉਸ ਦੀ ਸਜ਼ਾ ਵੀ ਸਾਨੂੰ ਮਿਲੇਗੀ। ਇਸ ਕਰਕੇ ਸਦਾ ਹੀ ਆਪਾਂ ਸੱਚੀ ਸਿੱਖ ਦੇਣੀ ਹੈ, ਗਲਤ ਗਿਆਨ ਨਹੀਂ ਦੇਣਾ।
सच उपदेश सेवक को दे, मोह माया के संग न लेप, मन में रख हर हर एक। अंधकार दीप प्रगासे, नानक परमो दुख तैते नासे। फिर ये परम दूर हो जाता है। आओ प्यारिओ, आओ हुण आपां नाल नाल अभ्यास करिए, आपां समझिए, क्योंकि किवें ध्याना है। ध्याना ही भगती है, चित्त विच वसाउणा ही भगती है। जे चित्त च वसिया नहीं, जो मर्जी करी जाइए, सानू मुक्ति नहीं होना। इस करके चेतना है प्रभु नूं, क्योंकि चेतन दे वास्ते समा अजाई नहीं जान देना, रोज अपनी उम्र कटती है। चेतना है तो चेत लै, निस दिन मैं प्राणी, शिन शिन औद विहात है, फूटे कट कट जो पानी। हर गुण काहे ना गावे मूर्ख अज्ञाना, कहते क्यों उसके गुण नहीं गाते। झूठे लालच ला के नहीं मरन पछाना, अजो कछ बिगड़ियो नहीं, जो प्रभु गुण गावे, कहो नानक ते भजन ते निरपौ पद पावे। इस करके कोई पता नहीं कदों घड़ा खाली हो जाना, क्योंकि हर एक घंटे दे विच 1000 तुपका 1000 श्वास साडा खत्म हो जाता है। जिवें घड़ा भरिया होवे, समझ लो 1000 तुपका एक घंटे च निकल जाता है, चो जाता है। ते कितना कितना समा हो गया कि वह तो भांडा ही बहुत वड्डा है कि सानू दिता, साडे श्वास पाए जो आपां जी रहे हाँ। क्योंकि जो जी रहे हैं कोई पता नहीं आपां कितना क समा, क्योंकि ये किसी नूं नहीं पता भी कितना समा असीं जीना है, कल सानू मौत आउणी है। लेकिन जदों खाली हो गया तो फिर आपां संसार चों जाना है। जदों श्वास मुक गए फिर शरीर नहीं रहना, फिर नवा शरीर मिलेगा जे असी नाम दे नाल नहीं जुड़े, जे उन्होंने ना चेतिया। जे असी चेत लिया फिर चाहे साडे कल नूं श्वास मुक जाण, क्योंकि जिस कारज नूं आए वो कारज साडा पूरा हो गया। सौ प्यारिओ, करना किवें है, ध्याना है नेत्रां द्वारा, क्योंकि नेत्रां द्वारा ही ध्यान लगता है। पर एक दृष्ट होके असी ध्याना है। ते सब तो पहला आपां की करना है, दोनों नेत्रां नूं इस पॉइंट ते सम करना है, इस पॉइंट ते देखना है। अंदर जाना है गुफा च, सहज गुफा च। बाहर जाते हैं इधर नूं, यह रास्ता छड्डना है, ये रास्ते जावांगे ते हंकारी है मन, घर च नहीं जा सकता। घर दे भी जाएगा निभ के, जिवें आपां देखदे हाँ पहाड़ां ते गुफावां बणियां हुंदियां सी पहलां, छोटे छोटे दरवाजे। जे आपां देखदे हाँ, जे पहले पुराने मंदिरां नूं देखांगे, जिहड़े पुराने मंदिर बने होए ने उन्हां दे दरवाजे भी बड़े छोटे हुंदे सी, ताकि सानूं पता लग जावे कि असीं सिद्धे नहीं वड़ सकदे, झुकना पएगा। जीव झुक के वड़दा सी, छोटे छोटे दरवाजे होया करदे सी। इदां ही अपने मंदिर जिथे साडा मन है, आपां झुक के वड़ना है जिथे प्रभु वसदा है। इदां नहीं वड़ सकांगे, इदां झुक के इत्थे जाना है, पहला इत्थों प्रवेश करना है। सो पहला इस पॉइंट ते आपां दृष्टि फोकस करनी है। ये देखना है कि असी एक दृष्ट हाँ कि दो दृष्ट। सानू पता चल जाएगा कि असी एक दृष्ट हाँ कि दो दृष्ट, किवें पता चलेगा? इस पॉइंट ते ध्यान ला के देखांगे। जेकर सानू अपना नक दिसदा है असी दो दृष्ट हाँ, जे नक नज़र नहीं आउंदा एक दृष्ट हाँ। पहला आपां ये पहचानना है। जे असी दो दृष्ट हाँ फिर ये देखना भी किस पासे साडा ध्यान ज़्यादा है। जे तो नक सज्जे पासों दिसदा है कला, फिर तो सारा ध्यान सज्जे पासे है। जे इधरों ही दिसदा खब्बे पासों, फिर सारा ध्यान खब्बे पासे है। इधर रजोगुण है, इधर तमोगुण है। जे दोनों पासे तो नक नज़र आउंदा है, फिर असी सतोगुण ते हाँ, ध्यान साडा विचाले है।
जे नक नज़र नहीं आउंदा तो फिर असी एक दृष्ट हाँ। फिर जदों सानू इस पासे तो नक प्रकाश नज़र आ जाता, शीशे की तरह लिशकण लग जाता है, उत्थे फिर साडा मन का असली स्वरूप प्रगट हो जाता है, जिसनों आपां खालस रूप कह देंदे हाँ। जिथे सानू फिर संत दी पदवी मिल जाती है। सो इस करके आपां इस पॉइंट ते दृष्टि फोकस करके देखना है कि नक दिसदा या नहीं, जे किस पासे तो दिसदा है, जे दिसदा है सज्जे खब्बे जां विचाले, इन्ना देखना है। इस तो बाद मैं आप जी नूं आवाज़ देवांगा कि ध्यान सामने लाओ। इत्थों फिर आपां ध्यान सामने लै जाना है, निराकार दे विच नेड़े ही देखना है। फिर आवाज़ देवांगा कि ध्यान मस्तक के सामने लै जाओ, तो आप पलक उत्ते चुक देनी है। मस्तक दे सामने, मस्तक ते नहीं देखना, मस्तक दे सामने देखना है। फिर जदों कहांगा सामने, फिर वापस सामने देखना है। फिर जदों कहांगा सम करके नक ते देखो, फिर इस पॉइंट ते देखना है। जे कोई नवा जीव, जे कोई नवा जीव है, नक दिसता है, नज़र आता है, फिर उसने वापस आके देखना है कि हुण नक नज़रों आउणों हट गया, जां इस पासे सानू एक परछावां नज़र आ सकता, खब्बे पासे एक परछाई जी नज़र आ सकती है, धुंधला जिहा, धुंधलापन जिहा, लेकिन नक नज़र नहीं आएगा। तो उत्थे आपां समझ सकते हैं कि असीं एक दृष्ट हो गए हाँ। तो फिर ध्यान दे नाल इसे पासे सानू प्रकाश प्रगट होएगा, नक शीशे की तरह चमकण लग जाएगा, जिहड़ी साडी सुखमन निर्मल हो जाएगी, सुखमन प्रगट हो जाएगी। आपां अपनी सुखमन नूं देखांगे, फिर उसकी पहचान करके अपनी जोत है साडी सुखमन, तो फिर असीं सारे पासे परमेश्वर नूं देख सकते हाँ, नाम नूं बुझ सकते हाँ। सो आओ नेत्र सम करके दृष्टि फोकस करके इस पॉइंट ते देखिए। पहला सामने लेके आओ ध्यान, सामने देखो जी। मस्तक दे सामने ले जाओ, पलक उत्ते चुक दो। फिर सामने लेके आइए। फिर नक ते सम करके देखिए अपने आप नूं। जेकर कोई नवा जीव पहला नक दिसता सी, उसने हुण देखना है कि नक दिसनों हटिया, या इस पासे सानू एक परछावां जिहा नज़र आ सकता, सिर्फ खब्बे पासे। कई जीव जिन्हां दा ध्यान ज़्यादा सज्जे हुंदा पहला, उन्हां नूं नक सारा दोले पासे ते भी धुंधला धुंधला पहला दिसना शुरू हो जाता है। कोई बात नहीं, जे उमें भी नज़र आउंदा अभ्यास करांगे तो हट जाएगा दिसनों, तो इस पासे प्रकाश हो जाएगा। कि जेले ज़्यादा ही ध्यान इस पासे विचरता है जिन्हां दा, थोड़ा उन्होंने समा लग जाता है, घबराउणा नहीं हुंदा। जदों असीं कमावांगे इस गुर दे ज्ञान नूं, ते गुर साडे मन नूं निर्मल कर देगा।
नीचे लै जो ध्यान हुण बिल्कुल रिलैक्स। नीचे फर्श तो जो कुछ भी थल्ले विछिया है कपड़ा उस तो थोड़ा उपर देखण की कोशिश करांगे, उपर ध्यान लाउण की कोशिश करांगे। उत्थे सानू प्रकाश अनुभव होना शुरू हो जाएगा, जिमें पानी दी लहरां हुंदियां ने, इदां प्रकाश की हलचल अनुभव होनी शुरू होएगी। अनुभव होएगा, महसूस होएगा कि उस तो उपर एक जल्दी न्यायी कुछ हलचल हो रही है। या जिहड़ा कपड़ा है सानू इदां लगेगा कि उधर अधर हिल रहा है। अनुभव उपर प्रकाश की हलचल होएगी, थले सानू ये लगेगा कि उधर अधर नूं कपड़ा हो रहा। फिर सम करके देखिए अपने आप नूं, नक ते सम करके दृष्टि नूं फिर अपने आप नूं देखिए। फिर नीचे लै जाइए ध्यान। अब फिर सम करके देखिए अपने आप नूं। फिर नीचे लै जो ध्यान।
और सम करके देखिए अपने आप ਨੂੰ ਫਿਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਉਣਾ ਹੈ। ਉੱਠਦੇ ਬਹਿੰਦੇ ਤੁਰਦੇ ਸੌਂਦੇ ਜਾਗਦੇ ਆਪਾਂ ਧਿਆ ਸਕਦੇ ਹਾਂ। ਸੌਣ ਦਾ ਮਤਲਬ ਤੇਰੇ ਗੁਣੀ ਵਿਚਾਰਾਂ ਵੀ ਲੈਂਦੇ ਫਿਰ ਵੀ ਆਪਾਂ ਧਿਆ ਸਕਦੇ ਹਾਂ। ਜਦੋਂ ਵੀ ਦੇਖਾਂਗੇ ਸਾਹਮਣੇ ਹੀ ਪ੍ਰਗਟ ਹੋਏਗਾ। ਹਰ ਸਮੇਂ ਸਾਡੇ ਸਾਹਮਣੇ ਪ੍ਰਗਟ ਰਹਿੰਦਾ ਹੈ। ਅਤੇ ਫਿਰ ਆਪਾਂ ਆਪਣੀ ਬਾਜੀ ਨੂੰ ਜਿੱਤ ਕੇ ਜਾਂਦੇ ਹਾਂ, ਜਨਮ ਮਰਨ ਤੋਂ ਛੁਟਕਾਰਾ ਪਾਉਂਦੇ ਹਾਂ, ਮੋਕਸ਼ ਨੂੰ ਪ੍ਰਾਪਤ ਕਰਦੇ ਹਾਂ, ਜੋ ਸਭ ਤੋਂ ਵੱਡੀ ਦਾਤ ਹੈ। ਮੁਕਤੀ, ਮੁਕਤ ਫਲ, ਜੋ ਹੋਰ ਕਿਸੇ ਕੀਮਤ 'ਤੇ ਨਹੀਂ ਮਿਲ ਸਕਦਾ। ਬੇਸ਼ੱਕ ਆਪਾਂ ਅਰਦਾਸਾਂ ਕਰਦੇ ਹਾਂ, ਕੋਈ ਜੀਵ ਮੌਤ ਹੁੰਦੀ ਹੈ, ਅਰਦਾਸਾਂ ਕਰਦੇ ਹਾਂ ਕਿ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ। ਅਸੀਂ ਕਹਿ ਵੀ ਦਿੰਦੇ ਹਾਂ ਅਕਾਲ ਚਲਾਣਾ ਕਰ ਗਿਆ, ਸੁਰਗਵਾਸ ਹੋ ਗਿਆ। ਪਰ ਸਤਿਗੁਰਾਂ ਦੀ ਬਾਣੀ ਨੂੰ ਪੁੱਛ ਕੇ ਦੇਖਾਂਗੇ, ਫਿਰ ਸਾਨੂੰ ਪਤਾ ਚੱਲਦਾ ਵੀ ਜੀਵ ਕਿੱਥੇ ਗਿਆ ਹੈ, ਮੁਕਤ ਕਿਵੇਂ ਹੋਣਾ ਹੈ। ਨਾਮ ਤੋਂ ਬਿਨਾਂ, ਗੁਰ ਦੇ ਗਿਆਨ ਤੋਂ ਬਿਨਾਂ, ਗੁਰ ਤੋਂ ਬਿਨਾਂ ਜੀਵ ਨੂੰ ਮੁਕਤੀ ਨਹੀਂ ਹੈ। ਸੋ ਆਓ ਆਪਾਂ ਜੀਵਨ ਮੁਕਤ ਹੋਈਏ। ਦੇਖੀਏ ਉਹ ਨਜ਼ਾਰਾ, ਦੇਖੀਏ ਜੀਵਨ ਮੁਕਤ ਹੋ ਕੇ, ਤਾਂ ਕਿ ਸਾਨੂੰ ਇਹ ਸ਼ੰਕਾ ਹੀ ਨਾ ਰਹੇ ਵੀ ਹਾਂ ਅਸੀਂ ਮੁਕਤ ਹੋਵਾਂਗੇ ਵੀ ਕਿ ਨਹੀਂ, ਜੀਵਨ ਮੁਕਤ ਹੋ ਜਾਈਏ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।